ਹਾਲੇਲੂਇਆ ਹਾਲੇਲੂਇਆ। ਧੰਨਵਾਦ ਕਰਦੇ ਹਾਂ ਸੁਦਾ ਬਾਪ ਦਾ ਜਿਨੇ ਹਰ ਰੋਜ਼ ਦੀ ਤਰ੍ਹਾਂ ਇੱਕ ਸਾਨੂੰ ਇੱਕ ਨਵਾਂ ਦੇ ਦਿੱਤਾ। ਸਵੇਰ ਤੋਂ ਲੈ ਕੇ ਪ੍ਰਭੂ ਨੇ ਹੁਣ ਤੱਕ ਸੰਭਾਲਿਆ। ਜੋ ਅੱਜ ਬਹੁਤ ਗਰਮੀ ਸੀ, ਪ੍ਰਭੂ ਨੇ ਗਰਮੀ ਦੇ ਦਿਨ ਵਿੱਚ ਆਪਣੇ ਲੋਕਾਂ ਨੂੰ ਸੰਭਾਲਿਆ ਤੇ ਇੱਕ ਵਾਰ ਰਾਤਰੀ ਦੇ ਵੇਲੇ ਪਰਮੇਸ਼ਰ ਨੇ ਮੌਕਾ ਦਿੱਤਾ ਕਿ ਅਸੀਂ ਫਿਰ ਤੋਂ ਰੋਜ਼ ਦੀ ਤਰ੍ਹਾਂ ਲਾਈਵ ਸੈਸ਼ਨ ਆ ਕੇ ਪਰਮੇਸ਼ਰ ਦੀ ਆਰਾਧਨਾ ਕਰ ਸਕੀਏ ਅਤੇ ਪਰਮੇਸ਼ਰ ਦੇ ਵਚਨ ਵਿੱਚੋਂ ਕੁਝ ਸਿੱਖ ਸਕੀਏ। ਇਸ ਲਈ ਤਾਂ ਸਾਰੀਆਂ ਗੱਲਾਂ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਅਸੀਂ ਆਰਾਧਨਾ ਸ਼ੁਰੂ ਕਰਨ ਤੋਂ ਪਹਿਲਾਂ ਪਾਸੇ ਜੀ ਨਾਲ ਮਿਲ ਕੇ ਪ੍ਰਾਰਥਨਾ ਕਰਾਂਗੇ। सब अच्छे अपने अखर बंद करेंगे, चलो परमेश्वर के सामने झुकाइए तो प्रार्थना करिए। जीवित परमेश्वर प्रभु यीशु का धन्यवाद करते हैं। दयालु ते नादी यहोवा परमेश्वर पिता अपने लोगों नाल प्यार करते ना तुसी कदी छड्डदे ना तुसी कदी त्याग दे। प्रभु जी मैं प्रार्थना करना बेनती करा तुसी सवेर तो लेके हुण तक तुसी अपने लोगों को संभाल के रखिया, मदद किया, सहायता किया और जान विच मदद किया। वक्त जगह ते अपनी यात्रा नंगी विच लैके गए और जान च मदद किया। ताड़ी पवित्र ते पाक है जूरी प्रभु सरकार लोगों ने साथ बनिया रहे। प्रार्थना करना मेरे प्रभु रात के लिए ਤੁਹਾਡਾ ਧੰਨਵਾਦ करता हूँ। प्रभु जी प्रार्थना करता हूँ जब प्रभु जी ਤੁਹਾਡੇ लोग प्रभु जी ਤੁਹਾਡੀ आराधना कर रहे ਤੁਸੀਂ अपने लोगों की मदद करनी, सहायता करना। ਤੁਹਾਡੇ पाक दूत प्रभु जी ਤੁਹਾਡੇ लोगों की रक्षा करना। प्रभु जी प्रार्थना करना प्रभु जी बेटे सेवाओं के लिए तुझे अपना हाथ बढ़ा के सुना तो बड़ी बरकत देना। लगातार प्रभु जी ਤੁਹਾਡੇ पवित्र वचन मान रहे हैं तुझे अपने बेटे ਨੂੰ बड़ी आशीष देनी, बरकत देना। पवित्र आत्मा का संभाल के रखना, ਤੁਹਾਡੀ किरपा जीवन में बनी रहे और बुढ़ा के उत्ते ਤੁਹਾਡਾ राखा हो मेरे प्रभु जी। जो कुछ वचन बोलिया जाए, सुनाया जाए, दसिया जाए, बहुत सारे लोगों की जिंदगी के प्रभु जी एक आशीष और बरकत लैके आए। आज के वचन सुन के बहुत सारे लोग बचाए जान कि ਤੁਹਾਡੇ स्वर्गीय राज के लिए प्रभु जी तैयार हो जाए। बाकी के सारे समय प्रभु जी ਤੁਹਾਡੇ खिलाड़ी हथों में सौंप देता। बेनती भी आले प्रभु यीशु मसीह के नाम मंगदा हूं, आमीन आमीन हालेलूया हालेलूया। ਅਸੀਂ ਵਚਨ ਸੁਣ ਤੋਂ ਪਹਿਲਾਂ ਇੱਕ ਗੀਤ ਨੂੰ ਬੋਲਾਂਗੇ। मेरे नाल आराधना टीम ब्रदर हानियल हारमोनी प्ले करनगे ते ब्रदर जोएल तबला प्ले करनगे। ਅਸੀਂ ਆਰਾਧਨਾ ਦੇ ਲਈ ਪਰਮੇਸ਼ਰ ਦੀ ਆਰਾਧਨਾ ਚੁੰਦੇ ਪਰਮੇਸ਼ਰ ਦੀ ਆਰਾਧਨਾ ਲਈ ਇੱਕ ਗੀਤ ਨੂੰ ਮਿਲ ਕੇ ਬੋਲਾਂਗੇ ਜਿਸ ਦੇ ਲਫ਼ਜ਼ ਇਸ ਤਰ੍ਹਾਂ ਹਨ। ਜੀਵਨ ਮਿਲਿਆ ਬਰਕਤ ਆਈ ਆਸ਼ੀਸ਼ ਤੇਰੀ ਪੈਰੀ। ਅਸੀਂ ਮਿਲ ਕੇ ਇਸ ਗੀਤ ਨੂੰ ਬੋਲਾਂਗੇ। मिलिया
ਹਾਲੇਲੂਇਆ। ਅਸੀਂ ਗੀਤ ਦੇ ਵਿੱਚੋਂ ਸੁਣਿਆ ਅਤੇ ਗੀਤ ਨੂੰ ਗਾਇਆ, ਜੀਵਨ ਮਿਲਿਆ ਮਿਲਿਆ, ਆਸ਼ੀਸ਼ ਠਹਿਰੀ ਠਹਿਰੀ, ਬਰਕਤ ਆਈ ਆਈ। ਉਹ ਜੀਵਨ ਜਿਹੜਾ ਅਸੀਂ ਅੱਜ ਜੀ ਰਹੇ ਹਾਂ, ਖੁਦਾ ਬਾਪ ਨੇ ਦਿੱਤਾ ਹੈ। ਨਾ ਅਸੀਂ ਆਰਾਧਨਾ ਕਰਦੇ ਕਦੀ ਨੱਕਣਾ, ਨਾ ਕਦੀ ਅਸੀਂ ਪਰਮੇਸ਼ਰ ਦੀ ਹਮਦੋਸਰਾ ਕਰਨਾ ਨੱਕਣਾ। ਉਹ ਪਰਮੇਸ਼ਰ ਸਾਨੂੰ ਪਾਲ ਦਿੰਦਾ ਹੈ, ਵਚਨ ਵਿੱਚ ਲਿਖਿਆ ਉਸੇ ਨੂੰ ਪਾਲ ਦਿੰਦਾ ਹੈ ਅਤੇ ਨਿਰਬਲਾਂ ਨੂੰ ਪਾਲ ਦਿੰਦਾ ਤੇ ਉਹਨਾਂ ਦੇ ਜੋਰ ਨੂੰ ਵਧਾਉਂਦਾ ਹੈ। ਬੇਸ਼ੱਕ ਅਸੀਂ ਹੋ ਸਕੇ ਹਾਂ, ਥੱਕ ਗਏ ਹਾਂ, ਪਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਕਦੀ ਅਸੀਂ ਅੱਕਣਾ ਨਹੀਂ, ਕਦੀ ਨਹੀਂ ਥੱਕਣਾ। ਫਿਰ ਅੱਗੇ ਕਹਿੰਦਾ ਚਾਹ ਦੇ ਚੜ ਗਏ। ਸਾਨੂੰ ਚਾਹ ਚੜ੍ਹਨੇ ਚਾਹੀਦੇ ਜਦ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਅਸੀਂ ਆਈਏ, ਪਰਮੇਸ਼ਰ ਦੀ ਖਿਦਮਤ ਕਰਨ ਦੇ ਲਈ ਅਸੀਂ ਆਈਏ ਤਾਂ ਸਾਨੂੰ ਚਾਹ ਚੜ੍ਹਨੇ ਚਾਹੀਦੇ ਹਨ। ਇਸ ਗੀਤ ਵਿੱਚ ਅਸੀਂ ਗਾਇਆ ਅਤੇ ਗੀਤ ਦੇ ਵਿੱਚੋਂ ਗਾਇਆ ਤੇ ਅਸੀਂ ਹੁਣ ਥੋੜਾ ਸਮਾਂ ਪਰਮੇਸ਼ਰ ਦੀ ਬਚਨ ਦੇ ਵਿੱਚੋਂ ਕੁਝ ਗੱਲਾਂ ਨੂੰ ਸਿੱਖਾਂਗੇ ਜੋ ਅਸੀਂ ਇੱਕ ਵਿਸ਼ੇ ਨੂੰ ਲੈ ਕੇ ਚੱਲ ਰਹੇ ਹਾਂ, ਜਿਸ ਦਾ ਅੱਜ ਤੀਸਰਾ ਪਾਠ ਹੈ, ਤੀਜਾ ਭਾਗ ਹੈ ਜੋ ਵਿਸ਼ੇ ਦਾ। 3 ਗੱਲਾਂ ਦੀ ਮਹੱਤਤਾ ਬਾਰੇ ਅਸੀਂ ਜੋ ਸਿੱਖ ਰਹੇ ਹਾਂ ਵਚਨ ਦੇ ਵਿੱਚੋਂ। ਅੱਜ ਅਸੀਂ ਫੇਰ ਉਹਨਾਂ 3 ਗੱਲਾਂ ਬਾਰੇ ਵੇਖਾਂਗੇ। 3 ਗੱਲਾਂ ਵਚਨ ਦੇ ਵਿੱਚ ਹੋਰ ਕੀ ਹੋਈਆਂ। ਅਸੀਂ 2 ਦਿਨ ਤੋਂ ਵੀ ਵਚਨ ਨੂੰ ਸਿੱਖਿਆ ਤੇ ਅੱਜ ਫੇਰ ਉਸ ਨੂੰ ਅੱਗੇ ਲੈ ਜਾਂਦਾ ਹੈ ਜੋ ਪ੍ਰਭੂ ਨੇ ਮੈਨੂੰ ਦੱਸਿਆ ਤੇ ਥੋੜਾ ਸਮੇਂ ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਅੱਜ ਫੇਰ 3 ਗੱਲਾਂ ਦੇ ਬਾਰੇ ਸਿੱਖਾਂਗੇ ਵੀ 3 ਗੱਲਾਂ ਵਚਨ ਦੇ ਵਿੱਚ ਹੋਰ ਕੀ ਹੋਈਆਂ, 3 ਗੱਲਾਂ ਦੀ ਮਹੱਤਤਾ ਹੋਰ ਕੀ ਹੈ। ਆਓ ਅਸੀਂ ਵਚਨ ਦੇ ਵਿੱਚੋਂ ਵੇਖਾਂਗੇ ਦਾਨੀਏਲ ਨਬੀ ਦੇ ਬਾਰੇ। ਅਸੀਂ ਪੜਾਂਗੇ ਦਾਨੀਏਲ ਨਬੀ ਦੀ ਕਿਤਾਬ 10 ਬਾਬ ਉਸ ਦੀ 2 ਤੇ 3 ਆਇਤ ਨੂੰ ਅਸੀਂ ਪੜਾਂਗੇ। ਦਾਨੀਏਲ ਨਬੀ ਦੀ ਕਿਤਾਬ 10 ਬਾਬ ਉਸ ਦੀ 2 ਤੇ 3 ਆਇਤ ਨੂੰ ਅਸੀਂ ਵਚਨ ਦੇ ਵਿੱਚੋਂ ਪੜਾਂਗੇ। ਬੜੇ ਧਿਆਨ ਦੇ ਨਾਲ ਸੁਣਨਾ। ਮੈਂ ਦਾਨੀਏਲ ਉਹਨਾਂ ਦਿਨਾਂ ਵਿੱਚ 3 ਸਾਤਿਆਂ ਤੋੜੀ ਸੋਗ ਕਰਦਾ ਰਿਹਾ। ਮੈਂ ਸਵਾਦ ਦੀ ਰੋਟੀ ਨਾ ਖਾਧੀ ਅਤੇ ਮੇਰੇ ਮੂੰਹ ਵਿੱਚ ਮਾਸ ਅਤੇ ਸ਼ਰਾਬ ਨਾ ਪਾਏ ਤੇ ਮੈਂ ਆਪਣੇ ਉੱਤੇ ਤੇਲ ਨਾ ਮਲਿਆ। ਇੱਥੋਂ ਤੱਕ ਜੋ 3 ਸਾਤੇ ਪੂਰੇ ਲੰਘ ਗਏ ਅਤੇ ਪਹਿਲੇ। ਆਮੀਨ। ਅਸੀਂ ਇਸ ਜਗ੍ਹਾ ਤੇ ਦਾਨੀਏਲ ਨਬੀ ਦੇ ਬਾਰੇ ਪੜ੍ਹ ਰਹੇ ਹਾਂ। ਅਸੀਂ ਆਪ ਵਚਨ ਦਾ ਜੋ ਸਾਡਾ ਟੌਪਿਕ ਸੀ ਵਿਸ਼ੇ ਸੀ 3 ਗੱਲਾਂ ਬਾਰੇ ਅਤੇ ਇਸ ਜਗ੍ਹਾ ਤੇ ਅਸੀਂ ਵੇਖਦੇ ਹਾਂ ਦਾਨੀਏਲ ਨਬੀ ਦੇ ਬਾਰੇ 3 ਗੱਲਾਂ ਬਾਰੇ। ਇਸ ਜਗ੍ਹਾ ਤੇ ਉਹ 3 ਹਫ਼ਤਿਆਂ ਦਾ ਵਰਤ ਰੱਖਦਾ ਹੈ। ਉਸਨੇ 3 ਹਫ਼ਤਿਆਂ 3 ਸਾਤਿਆਂ ਦਾ ਵਰਤ ਰੱਖਿਆ, ਮਤਲਬ 21 ਦਿਨ ਲਗਾਤਾਰ ਵਰਤ ਦੇ ਵਿੱਚ ਰਿਹਾ। ਅਤੇ ਅਸੀਂ ਸਾਡਾ ਵਿਸ਼ੇ ਸੀ 3 ਚੀਜ਼ਾਂ ਬਾਰੇ। ਇਸ ਜਗ੍ਹਾ ਤੇ ਉਹ ਪਾਠ 3 ਚੀਜ਼ਾਂ ਦੇ ਬਾਰੇ ਆ ਰਿਹਾ ਹੈ। ਬੜੇ ਧਿਆਨ ਦੇ ਨਾਲ ਦੇਖਣਾ, ਬੜੇ ਧਿਆਨ ਦੇ ਨਾਲ ਵੇਖਣਾ ਕਿ ਅਸੀਂ ਕੀ ਸਿੱਖ ਰਹੇ ਹਾਂ ਤੇ ਵਚਨ ਸਾਨੂੰ ਕੀ ਕਹਿ ਰਿਹਾ ਹੈ। ਇਸ ਜਗ੍ਹਾ ਤੇ ਅਸੀਂ ਦਾਨੀਏਲ ਨਬੀ ਦੀ ਕਿਤਾਬ ਬਾਰੇ ਪੜ੍ਹ ਰਹੇ ਹਾਂ, ਦਾਨੀਏਲ ਨਬੀ ਬਾਰੇ ਪੜ੍ਹ ਰਹੇ ਹਾਂ ਜਿਸਨੇ 3 ਸਾਤਿਆਂ ਦਾ ਵਰਤ ਰੱਖਿਆ, ਜਿਸਨੇ 3 ਹਫ਼ਤਿਆਂ ਤੋੜੀ ਵਰਤ ਰੱਖਿਆ। ਅਸੀਂ 3 ਆਇਤ ਵਿੱਚੋਂ ਪੜ੍ਹਿਆ, ਮੈਂ ਦਾਨੀਏਲ ਉਹਨੇ ਦਿਨਾਂ ਵਿੱਚ 3 ਸਾਤਿਆਂ ਤੋੜੀ ਸੋਗ ਕਰਦਾ ਰਿਹਾ। ਮੈਂ ਸਵਾਦ ਦੀ ਰੋਟੀ ਨਾ ਖਾਧੀ ਅਤੇ ਮੇਰੇ ਮੂੰਹ ਵਿੱਚ ਮਾਸ ਅਤੇ ਸ਼ਰਾਬ ਨਾ ਪਏ ਅਤੇ ਮੈਂ ਆਪਣੇ ਤੇ ਤੇਲ ਨਾ ਮਲਿਆ। ਇੱਥੋਂ ਤੱਕ ਜੋ 3 ਸਾਤੇ ਪੂਰੇ ਲੰਘ ਗਏ, 3 ਹਫ਼ਤੇ ਪੂਰੇ ਲੰਘ ਗਏ, 3 ਹਫ਼ਤੇ ਪੂਰੇ ਲੰਘ ਗਏ। 3 ਹਫ਼ਤਿਆਂ ਤੀਕ ਦਾਨੀਏਲ ਨਬੀ ਨੇ ਵਰਤ ਰੱਖਿਆ। 21 ਦਿਨ ਦਾਨੀਏਲ ਨਬੀ ਨੇ ਲਗਾਤਾਰ ਵਰਤ ਰੱਖਿਆ। ਉਸਨੇ ਵਰਤ ਕਿਉਂ ਰੱਖਿਆ? ਉਸਨੇ ਵਰਤ ਰੱਖਿਆ ਪਰਮੇਸ਼ਰ ਨੇ ਜੋ ਉਸਨੇ ਇੱਕ ਦਰਸ਼ਨ ਦਿੱਤਾ ਸੀ ਉਸ ਨੂੰ ਸਮਝਣ ਵਾਸਤੇ ਅਤੇ ਅਧੀਨਗੀ ਵਾਸਤੇ। ਜਦ ਉਸਨੇ 3 ਹਫ਼ਤੇ ਦਾ ਵਰਤ ਰੱਖਿਆ ਤਾਂ ਲਿਖਿਆ ਉਸ ਜਗ੍ਹਾ ਤੇ ਲਿਖਿਆ ਉਸ ਦੀ ਪਹਿਲੇ ਦਿਨ ਹੀ ਆਰਾਧਨਾ ਜੋ ਉਸ ਪ੍ਰਾਰਥਨਾ ਜਿਸ ਵਿਸ਼ੇ ਲਈ ਕਰ ਰਿਹਾ ਸੀ ਉਹ ਵਿਸ਼ੇ ਨੂੰ ਪ੍ਰਭੂ ਨੇ ਪਹਿਲੇ ਦਿਨ ਹੀ ਪ੍ਰਾਰਥਨਾ ਨੂੰ ਸੁਣ ਲਿਆ। ਪਰ ਫਾਰਸ ਦੇ ਪਾਤਸ਼ਾਹ ਦੇ ਰਾਜ ਦੇ ਪ੍ਰਧਾਨ ਨੇ ਉਸ ਦੀ ਪ੍ਰਾਰਥਨਾ ਨੂੰ ਟਿਕਾ ਛੱਡਿਆ। 20 ਦਿਨ ਲਗਾਤਾਰ ਉਸ ਦੀ ਪ੍ਰਾਰਥਨਾ ਨੂੰ ਟਿਕਾ ਛੱਡਿਆ। ਅਸੀਂ ਵਚਨ ਦੇ ਵਿੱਚੋਂ ਪੜਾਂਗੇ 10 ਆਇਤ ਨੂੰ, 10, 11, 12 ਆਇਤ ਅਸੀਂ ਪੜਾਂਗੇ। ਅਤੇ ਵੇਖੋ ਇੱਕ ਹੱਥ ਨੇ ਮੈਨੂੰ ਆ ਛੁਇਆ ਅਤੇ ਮੈਨੂੰ ਗੋਡਿਆਂ ਤਲੀਆਂ ਉੱਤੇ ਬਿਠਾਇਆ। ਉਸ ਮੈਨੂੰ ਆਖਿਆ ਕਿ ਦਾਨੀਏਲ ਅਤ ਪਿਆਰੇ ਮਨੁੱਖ, ਜੋ ਮੈਂ ਤੈਨੂੰ ਆਖਦਾ ਹਾਂ ਉਹਨਾਂ ਗੱਲਾਂ ਨੂੰ ਸਮਝ ਲੈ ਅਤੇ ਸਿੱਧਾ ਖਲੋ ਜਾ, ਕਿਉਂ ਜੋ ਮੈਂ ਤੇਰੇ ਕੋਲ ਹੁਣ ਭੇਜਿਆ ਗਿਆ ਹਾਂ। ਅਤੇ ਜਦੋਂ ਉਸਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਕੰਬਦਾ ਖਲੋ ਗਿਆ। ਮੈਂ ਉਸਨੇ ਮੈਨੂੰ ਆਖਿਆ ਹੈ ਦਾਨੀਏਲ ਨਾ ਡਰ, ਕਿਉਂ ਜੋ ਪਹਿਲੇ ਹੀ ਦਿਨ ਤੋਂ ਜਦ ਤੂੰ ਆਪਣਾ ਮਨ ਸਮਝਣ ਲਈ ਅਤੇ ਆਪਣੇ ਪਰਮੇਸ਼ਰ ਦੇ ਅੱਗੇ ਅਧੀਨਗੀ ਕਰਨ ਲਈ ਲਾਇਆ ਸੋ ਤੇਰੀਆਂ ਗੱਲਾਂ ਸੁਣੀਆਂ ਗਈਆਂ ਅਤੇ ਤੇਰੀਆਂ ਗੱਲਾਂ ਦੇ ਲਈ ਮੈਂ ਆਇਆ ਹਾਂ। ਅਸੀਂ 10 ਅਤੇ 11 ਆਇਤ ਵਿੱਚੋਂ ਵੇਖਿਆ ਇੱਕ ਨਬੀ, ਇੱਕ ਦੂਤ ਦਾਨੀਏਲ ਨਬੀ ਕੋਲ ਆਉਂਦਾ ਹੈ ਤੇ ਉਸ ਨੂੰ ਆਖਦਾ ਹੈ ਸਿੱਧਾ ਖਲੋ, ਮੈਂ ਤੈਨੂੰ ਕੁਝ ਦੱਸਣ ਆਇਆ ਹਾਂ। ਦਾਨੀਏਲ ਕੰਬਦਾ ਖਲੋ ਗਿਆ ਅਤੇ 12 ਆਇਤ ਵਿੱਚ ਲਿਖਿਆ ਉਸਨੇ ਮੈਨੂੰ ਆਖਿਆ ਹੇ ਦਾਨੀਏਲ ਨਾ ਡਰ, ਕਿਉਂ ਜੋ ਪਹਿਲੇ ਹੀ ਦਿਨ ਅਸੀਂ ਮੈਂ ਵਚਨ ਵਿੱਚੋਂ ਪਹਿਲਾਂ ਹੀ ਦੱਸਿਆ ਕਿ ਦਾਨੀਏਲ ਦੀ ਜੋ ਪ੍ਰਾਰਥਨਾ ਦਾ ਵਿਸ਼ੇ ਸੀ ਉਹ ਪਹਿਲੇ ਦਿਨ ਹੀ ਪ੍ਰਭੂ ਨੇ ਉਸ ਨੂੰ ਸੁਣ ਲਿਆ ਸੀ। ਪਹਿਲੇ ਦਿਨ ਹੀ ਉਸ ਦੀ ਪ੍ਰਾਰਥਨਾ ਦਾ
प्रार्थना प्रभु के हजूर दे विच कबूल की गई सी। इसलिए वचन में चोर भी लिखा, जब धर्मी जन पुकारदे तां प्रभु उसदी सुनदा है। परमेश्वर दे कान भारी नहीं जो सुने ना। वचन में लिखा, जद भी तुसीं मैनूं पुकारोगे मैं तुहानूं उत्तर देवांगा। दानियल ने जब प्रभु नूं पुकारिया तां प्रभु ने उसदी पहले दिन ही उत्तर दिता। कि लिखदा, पहले ही दिन तू अपना मन समझण लई अपने परमेश्वर दे अगे दीनगी कर लई लाया। उसका विषय से अपना मन समझ ली, जो उसको दर्शन होया से उसको समझण दे लई अते दीनगी दे लई उसने परमेश्वर दे नाल मन नूं लाया। परमेश्वर ने पहले दिन उसकी प्रार्थना सुनी अते 13 एक विच लिखदा सी, 13 एक भी पढ़ांगे। पर फारस दे राजे दे प्रधान ने मैनू 21 दिनां तक टका छड्डिया। वेख मीकाएल जो प्रधानां विचों वड्डा है मेरी सहायता नूं पहुंचिया, सो ते फारस दे राजे नाल रहा। हां, इस 13 एक विचों पढ़िया, पर फारस दे राज दे प्रधान ने 21 दिनां तक मैनू टका छड्डिया कि मैं तेरी प्रार्थना दा उत्तर जो तू मैनू पुकारिया उसदा उत्तर मैं तैनूं पहुंचावां। उस प्रधान ने मैनू 21 दिनां तक टका छड्डिया। तेरी प्रार्थना 21 दिनां तक रुक गई। जो परमेश्वर ने तेनू दर्शन दिता सी उसके 21 दिनां लई प्रार्थना रुक गई। वो दर्शन अंत दे समय दे लई दर्शन सी। जद इस नूं 14 विच लिखिया, हुण जो कुछ तेरे लोकां उत्ते आखिरी दिन विच बीतेगा सो मैं तेनू दस्सण लई आया हां। क्यों जो ये दर्शन अज ढेर सारे दिनां दे लई है, अज ढेर सारे दिनां दे लई है। जो दर्शन प्रभु ने उसनूं दिता सी वो अंत दे दिनां दे लई सी। परमेश्वर आखदा मैं तैनूं अंत दे दिनां लई दर्शन दस्सण लई आया हां। क्यों जो ये दर्शन अज ढेर सारे दिनां लई, जिसका मतलब ये जिहड़ा दर्शन जद अज बहुत दिन पए हन, बहुत ही ज्यादा लंबे समय तक ये दिन पए हन जद ये दर्शन पूरा होवेगा। दानियल ने 3 दिनां दा वर्त 3 हफ्तियां दा वर्त रखिया। साडे वचन दा विषय भी सी 3 चीज़ां बारे। 3 हफ्तियां दा वर्त उसने रखिया। प्रभु ने उसकी प्रार्थना दा उसनूं उत्तर दिता। वर्त दे नाल प्रभु साडी आवाज़ नूं सुणदा है। वर्त दे नाल साडे बिगड़े काम हुंदे हन। वर्त दे नाल प्रभु सानूं होर ਉੱਚਿਆਂ करदा है। वर्त दे नाल प्रभु दे नाल साडा रिश्ता होर मजबूत हो जाता है। अते परमेश्वर दा वचन ये भी आखदा है, तुसीं वर्त भी समय दे समय विच नाल रखना। जद असीं जकरिया दी किताब नूं पढ़दे हां, समा होण दे करके उस लाइक नूं असीं नहीं पढ़ांगे। जकरिया दे विच आखदा है कि तुसीं किहड़े-किहड़े महीने दा वर्त रखना, कदों वर्त रखना। अते वचन दे नाल ये भी आखदा है, तू वर्त मैनूं हूरे मारन दे लई नहीं रखना, मैनूं ताने मेने मारन दे लई नहीं रखना। कि अज मैं वर्त दे विच हां। नवें नियम दे विच लिखदा, जद तू वर्त रखदा होवेगा तू गुप्त दे विच ही वर्त रखी, मैं तैनूं गुप्त दे विच ही उत्तर दवांगा। असीं वर्त इस तरह नहीं रखना कि वर्त रखिया तां हाहाकार मचा दी कि अज मैं वर्त दे विच हां। परमेश्वर कहदा तुसीं वर्त मैनूं हूरे मारन दे लई नहीं रखना कि तुसीं मैनूं ताना मारो, असीं वर्त दे विच हां। वर्त भी किसी समय दे विच किसी मकसद लई रखना है। वर्त दा भी कोई मकसद है। दानियल ने भी 3 हफ्तियां दा वर्त रखिया अते असीं होर अगे वेखांगे किस किस ने वर्त नूं रखिया। असीं पढ़ांगे अस्तर मलका दे बारे। अस्तर दी किताब 4:15-17। ਤਾਂ ਅਸਤਰ ਨੇ ਮੁੜ ਆਖਿਆ ਕਿ ਜਾ ਅਤੇ ਸ਼ੂਸ਼ਨ ਵਿੱਚ ਜਿੰਨੇ ਯਹੂਦੀ ਹਨ ਉਹਨਾਂ ਨੂੰ ਇਕੱਠਿਆਂ ਕਰ ਅਤੇ ਤੁਸੀਂ ਮੇਰੇ ਲਈ ਵਰਤ ਰੱਖੋ ਅਤੇ 3 ਦਿਨਾਂ ਤੱਕ ਦਿਨ ਰਾਤ ਨਾ ਕੁਝ ਖਾਣ ਨਾ ਪੀਣ ਅਤੇ ਮੈਂ ਵੀ ਆਪਣੀਆਂ ਸਹੇਲੀਆਂ ਸਣੇ ਇਵੇਂ ਹੀ ਵਰਤ ਰੱਖਾਂਗੀ ਅਤੇ ਇਉਂ ਹੀ ਮੈਂ ਬਾਦਸ਼ਾਹ ਦੇ ਕੋਲ ਜਾਵਾਂਗੀ ਜਿਹੜਾ ਕਾਨੂੰਨ ਦੇ ਅਨੁਸਾਰ ਨਹੀਂ। ਜੇ ਮੈਂ ਮਿਟ ਗਈ ਤਾਂ ਮੈਂ ਮਿਟ ਗਈ। हाँ, इस जगह ते असीं अस्तर मलका दे बारे पढ़दे हां। शूशन दे विच जद अमान पातशाह ने सब यहूदियां नूं मरवाउण दी सोची तां मार्दकाई ने उसनूं आख्या कि तू जा राजे दे दरबार विच जा, पहला से साइड ते बंद करांगा। तां अस्तर ने मूल आख्या कि जा ते शूशन विच जिन्ने यहूदियां नूं उन्हां नूं इकट्ठा कर ते तुसीं मेरे लिए वर्त रखो। अस्तर मलका ने 3 दिनां दा वर्त रखिया। 3 दिन रात ते दिन उसने कुछ भी नहीं खाता ते कुछ भी नहीं पीता। उसदियां सहेलियां ने भी इवें कीता अते उस जगह ते जिन्ने भी यहूदी सन उन्होंने भी इवें ही कीता। मैं अपने पॉइंट ते वापस फिर आ गया। इस जगह ते असीं फिर तीन नाम दे वर्ड नूं असीं पढ़ रहे हां क्योंकि साडे वचन दा विषय भी सी 3 गल्लां दी महत्ता। मैं उस पॉइंट ते फिर आना हां। अस्तर मलका ने 3 दिन दा वर्त रखिया। उसने
ਉਸਨੇ ਵਰਤ ਕਿਉਂ ਰੱਖਿਆ, ਉਸਨੂੰ ਵਰਤ ਰੱਖਣ ਦੀ ਕਿਉਂ ਲੋੜ ਪਈ। ਅਸੀਂ ਬਾਈਬਲ ਵਿੱਚੋਂ ਵੇਖਦੇ ਹਾਂ ਜਦ ਵੀ ਲੋਕਾਂ ਨੇ ਵਰਤ ਰੱਖਿਆ ਉਹਦਾ ਕੋਈ ਮਕਸਦ ਸੀ। ਮੈਂ ਪਹਿਲਾਂ ਵੀ ਦੱਸਿਆ ਪਰਮੇਸ਼ਰ ਕਹਿੰਦਾ ਤੁਸੀਂ ਵਰਤ ਇਸ ਲਈ ਨਹੀਂ ਰੱਖਣਾ ਕਿ ਤੁਸੀਂ ਮੈਨੂੰ ਹੂਰੇ ਮਾਰਨ ਦੇ ਲਈ ਵਰਤ ਰੱਖੋ। ਵਰਤ ਰੱਖਣ ਦਾ ਕੋਈ ਕਾਰਨ ਹੈ, ਵਰਤ ਰੱਖਣ ਦਾ ਕੋਈ ਮਕਸਦ ਹੈ। ਜਦ ਅਸੀਂ ਨਵੇਂ ਨਿਯਮ ਵਿੱਚ ਪੜ੍ਹਦੇ ਹਾਂ ਤਾਂ ਲੋਕਾਂ ਨੇ ਆਖਿਆ ਤੇਰੇ ਚੇਲੇ ਵਰਤ ਕਿਉਂ ਨਹੀਂ ਰੱਖਦੇ, ਪਰ ਪ੍ਰਭੂ ਉਸ ਜਗ੍ਹਾ ਤੇ ਉੱਤਰ ਦਿੰਦੇ ਹਨ ਜਦ ਤੱਕ ਲਾੜਾ ਜਨੇਤੀਆਂ ਦੇ ਨਾਲ ਹੈ ਉਹਨਾਂ ਨੂੰ ਕੀ ਲੋੜ ਸੋ ਕਰਨ ਦੀ। ਅਸੀਂ ਵੇਖਦੇ ਹਾਂ ਜਦ ਵਿਆਹ ਵਾਲੇ ਘਰ ਦੇ ਵਿੱਚ ਅਸੀਂ ਹੁੰਦੇ ਹਾਂ ਉਸ ਜਗ੍ਹਾ ਤੇ ਲਾੜੇ ਬਾਰੇ ਗੱਲ ਕਰ ਰਹੇ ਹਾਂ। ਜਦ ਅਸੀਂ ਵਿਆਹ ਵਾਲੇ ਘਰ ਹੁੰਦੇ ਹਾਂ ਤਾਂ ਕੋਈ ਜਗ੍ਹਾ ਤੇ ਉਸ ਜਗ੍ਹਾ ਤੇ ਰੋਵੇ ਤੇ ਪਿੱਟੇ ਉਸ ਦਾ ਕੀ ਹਾਲ ਹੋਵੇਗਾ, ਜਾਂ ਉਸ ਨੂੰ ਘਰੋਂ ਮਾਰ ਕੇ ਕੱਢਿਆ ਜਾਵੇਗਾ, ਜਾਂ ਉਸ ਮਨੁੱਖ ਨੂੰ ਬੁਰਾ ਤਰੀਕੇ ਨਾਲ ਵੇਖਿਆ ਜਾਵੇਗਾ। ਕੋਈ ਵਿਆਹ ਵਾਲੇ ਘਰ ਦੇ ਵਿੱਚ ਜਾ ਕੇ ਰੋਂਦਾ ਨਹੀਂ। ਨਵੇਂ ਨਿਯਮ ਦੇ ਵਿੱਚ ਪ੍ਰਭੂ ਜੀ ਉਹਨਾਂ ਨੂੰ ਉੱਤਰ ਦਿੰਦੇ ਜਦ ਤੱਕ ਲਾੜਾ ਜਨੇਤੀਆਂ ਦੇ ਨਾਲ ਹੈ ਉਸ ਨੂੰ ਸੋ ਕਰਨ ਦੀ ਲੋੜ ਨਹੀਂ। ਜਦ ਪ੍ਰਭੂ ਉਠਾ ਲਿਆ ਜਾਵੇਗਾ ਤਾਂ ਉਹਨਾਂ ਨੂੰ ਵਰਤ ਰੱਖਣ ਦੀ ਲੋੜ ਹੈ। ਅਸੀਂ ਅਸਤਰ ਦੇ ਬਾਰੇ ਪੜ੍ਹਦੇ ਹਾਂ, ਅਸਤਰ ਦੇ ਬਾਰੇ ਪੜ੍ਹਦੇ ਹਾਂ ਜਦ ਹਮਾਨ ਅਸ਼ਵਰੇਸ਼ ਬਾਦਸ਼ਾਹ ਦਾ ਦੂਜੇ ਦਰਜੇ ਦਾ ਇੱਕ ਮਨੁੱਖ ਸੀ। ਹਮਾਨ ਜਿਹਦੇ ਕੋਲ ਸਾਰੀ ਰਾਜਗੱਦੀ ਸੀ, ਜਾਜਕਾਈ ਸੀ, ਜਿਹਦੇ ਕੋਲ ਸਾਰੇ ਕੰਮ ਸਾਰੀਆਂ ਮੋਹਰਾਂ ਉਹਦੇ ਹੱਥ ਵਿੱਚ ਸਨ। ਉਹ ਯਹੂਦੀਆਂ ਨੂੰ ਮਾਰਨਾ ਚਾਹੁੰਦਾ ਸੀ। ਉਹ ਕਿਉਂ ਯਹੂਦੀਆਂ ਪ੍ਰਭੂ ਦੇ ਲੋਕਾਂ ਨੂੰ ਮਾਰਨਾ ਕਿਉਂ ਚਾਹੁੰਦਾ ਸੀ? ਕਿਉਂਕਿ ਹਮਾਨ ਨੂੰ ਸਾਰੇ ਲੋਕ ਮੱਥਾ ਟੇਕਦੇ ਸਨ, ਸਭ ਲੋਕ ਉਸ ਦੇ ਅੱਗੇ ਨਿਉਂਦੇ ਸਨ, ਪਰ ਮਾਰਦਕਾਈ ਉਸ ਦੇ ਅੱਗੇ ਝੁਕਦਾ ਨਹੀਂ ਸੀ। ਮਾਰਦਕਾਈ ਵੀ ਰਾਜੇ ਦੇ ਦਰਬਾਰ ਦੇ ਵਿੱਚ ਰਹਿੰਦਾ ਸੀ। ਅਯੋਸ਼ਵੇਰੋਸ਼ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਉਹ ਵੀ ਰਹਿੰਦਾ ਸੀ, ਪਰ ਉਹ ਹਮਾਨ ਨੂੰ ਮੱਥਾ ਨਹੀਂ ਸੀ ਟੇਕਦਾ। ਇਸ ਕਰਕੇ ਹਮਾਨ ਬਾਦਸ਼ਾਹ ਉਸ ਤੋਂ ਘਿਣ ਕਰਦਾ ਸੀ, ਉਸ ਨੂੰ ਮਾਰਨਾ ਚਾਹੁੰਦਾ ਸੀ, ਪਰ ਉਹ ਇਕੱਲੇ ਨੂੰ ਮਾਰ ਨਹੀਂ ਸੀ ਸਕਦਾ, ਉਸ ਦਾ ਵੱਸ ਨਹੀਂ ਸੀ ਚੱਲਦਾ। ਪਰ ਉਸਨੇ ਆਪਣੇ ਮਨ ਦੇ ਵਿੱਚ ਇੱਕ ਸਕੀਮ ਨੂੰ ਸੋਚਿਆ। ਉਸਨੇ ਰਾਜੇ ਨੂੰ ਆਖਿਆ ਵੇਖ ਅਸੀਂ ਸਭ ਯਹੂਦੀਆਂ ਨੂੰ ਮਰਵਾਉਣਾ ਚਾਹੁੰਦੇ ਹਾਂ, ਅਸੀਂ ਸਭ ਯਹੂਦੀਆਂ ਨੂੰ ਮਾਰ ਦਈਏ। ਰਾਜਾ ਉਸ ਨੂੰ ਉੱਤਰ ਦਿੰਦਾ ਕਿ ਸਭ ਕੁਝ ਤੇਰੇ ਕੋਲ ਹੈ, ਸਾਰੀਆਂ ਮੋਹਰਾਂ ਤੇਰੇ ਕੋਲ ਹਨ, ਤੂੰ ਜਿਸ ਤਰ੍ਹਾਂ ਚਾਹਵੇਂ ਉਸ ਤਰ੍ਹਾਂ ਹੀ ਕਰ। ਜਦ ਇਹ ਹੁਕਮ ਨਿਕਲ ਗਿਆ ਕਿ ਇਹਨੇ ਦਿਨਾਂ ਨੂੰ ਯਹੂਦੀ ਮਾਰੇ ਜਾਣਗੇ, ਜਦ ਇਹ ਗੱਲ ਮਾਰਦਕਾਈ ਨੂੰ ਪਤਾ ਲੱਗੀ ਤਾਂ ਆਪਣੇ ਮਨ ਦੇ ਵਿੱਚ ਦੁਖੀ ਹੋਇਆ। ਬੱਚੇ ਦੇ ਵਿੱਚੋਂ ਪੜ੍ਹਦੇ ਉਸਨੇ ਉਹ ਖਾਕ ਵਿੱਚ ਬੈਠ ਗਿਆ ਤੇ ਤੱਪੜ ਪਾ ਲਏ। ਖਾਕ ਵਿੱਚ ਬੈਠ ਗਿਆ ਤੇ ਤੱਪੜ ਪਾ ਲਏ। ਜਦ ਇਹ ਗੱਲ ਅਸਤਰ ਮਲਕਾ ਨੂੰ ਪਤਾ ਲੱਗਦੀ ਹੈ ਅਤੇ ਉਹ ਲੋਕਾਂ ਦੇ ਥਰੂ ਉਸ ਨੂੰ ਸੁਨਾਹ ਭੇਜਦੀ ਹੈ ਕਿ ਉਸ ਨੂੰ ਪਹਿਲਾਂ ਉਸ ਨੂੰ ਕੱਪੜੇ ਭੇਜਦੀ ਹੈ ਅਤੇ ਉਸ ਨੂੰ ਖਾਕ ਵਿੱਚੋਂ ਉਠਾਉਂਦੀ ਹੈ ਲੋਕਾਂ ਦੇ ਜਰੀਏ, ਪਰ ਉਹ ਕੱਪੜੇ ਨਹੀਂ ਲੈਂਦਾ। ਫਿਰ ਅਸਤਰ ਮਲਕਾ ਦੂਸਰੀ ਵਾਰ ਹੋਰ ਲੋਕਾਂ ਨੂੰ ਭੇਜਦੀ ਹੈ ਕਿ ਪਤਾ ਲੱਗੇ ਕੀ ਗੱਲ ਹੋਈ ਹੈ। ਤਾਂ ਫਿਰ ਮਾਰਦਕਾਈ ਦੱਸਦਾ ਕਿ ਇਸ ਤਰ੍ਹਾਂ ਸਭ ਕੁਝ ਹੋਇਆ। ਜੇ ਤੂੰ ਬਾਦਸ਼ਾਹ ਦੇ ਸਨਮੁਖ ਜਾਵੇਂਗੀ ਤਾਂ ਪ੍ਰਭੂ ਸਾਨੂੰ ਛੁਟਕਾਰਾ ਦੇਵੇਗਾ, ਕਿਉਂਕਿ ਬਾਦਸ਼ਾਹ ਦੇ ਸਾਹਮਣੇ ਜਦ ਤੱਕ ਬਾਦਸ਼ਾਹ ਕਿਸੇ ਨੂੰ ਨਹੀਂ ਸੀ ਬੁਲਾਉਂਦਾ, ਕੋਈ ਉਹਦੇ ਦਰਬਾਰ ਦੇ ਵਿੱਚ ਉਹਦੇ ਅੱਗੇ ਨਹੀਂ ਸੀ ਜਾ ਸਕਦਾ, ਕੋਈ ਵੀ ਨਹੀਂ ਸੀ ਜਾ ਸਕਦਾ। ਬੇਸ਼ੱਕ ਅਸਤਰ ਮਲਕਾ ਉਸਦੀ ਰਾਣੀ ਵੀ ਸੀ, ਪਰ ਉਹ ਵੀ ਨਹੀਂ ਸੀ ਜਾ ਸਕਦੀ, ਉਹ ਵੀ ਨਹੀਂ ਸੀ ਜਾ ਸਕਦੀ ਐਵੇਂ। ਪਰ ਉਸਨੇ ਆਖਿਆ ਮੈਂ ਯਹੂਦੀਆਂ ਦੇ ਬਚਾਉਣ ਲਈ ਜਾਵਾਂਗੀ, ਮੈਂ ਯਹੂਦੀਆਂ ਦੀ ਰਿਹਾਈ ਦੇ ਲਈ ਜਾਵਾਂਗੀ। ਅਸਤਰ ਮਲਕਾ ਅਤੇ ਮਾਰਦਕਾਈ ਦਾ ਕੀ ਰਿਸ਼ਤਾ ਸੀ? ਉਹ ਦੋਵੇਂ ਯਹੂਦੀ ਸਨ। ਮਾਰਦਕਾਈ ਦੀ ਚਾਚੇ ਦੀ ਕੁੜੀ ਸੀ ਅਸਤਰ ਮਲਕਾ। ਜਦ ਅਸੀਂ ਇਸ ਨੂੰ ਪਹਿਲਾਂ ਅਸਤਰ ਸ਼ੁਰੂ ਤੋਂ ਪੜ੍ਹਦੇ ਹਾਂ, ਅਸਤਰ 2 ਬਾਅਦ ਉਹਦੀ 7 ਹੈ ਜੀ ਜੋ ਅਸੀਂ ਪੜ੍ਹਦੇ ਹਾਂ। ਉਹਨੇ ਹਦਾਸਾ ਅਰਥਾਤ ਅਸਤਰ ਆਪਣੇ ਚਾਚੇ ਦੀ ਧੀ ਨੂੰ ਪਾਲਿਆ, ਕਿਉਂਕਿ ਨਾ ਉਹਦਾ ਪਿਓ ਸੀ ਨਾ ਮਾਂ ਸੀ। ਇਹ ਛੋਕਰੀ ਵੇਖਣ ਪਾਕਣ ਵਿੱਚ ਸੋਹਣੀ ਸੀ ਅਤੇ ਜਦ ਉਸਦੀ ਮਾਂ ਪਿਓ ਮਰ ਗਿਆ ਤਾਂ ਮਾਰਦਕਾਈ ਨੇ ਉਸ ਨੂੰ ਆਪਣੀ ਧੀ ਕਰਕੇ ਇਸ ਜਗ੍ਹਾ ਤੇ ਵਚਨ ਬਿਆਨ ਕਰਦਾ ਹੈ ਮਾਰਦਕਾਈ ਦੇ ਚਾਚੇ ਦੀ ਕੁੜੀ ਸੀ ਅਸਤਰ ਮਲਕਾ। ਜਦ ਉਸਦੇ ਬਚਪਨ ਵਿੱਚ ਛੋਟੇ ਹੁੰਦਿਆਂ ਹੀ ਉਸਦੇ ਮਾਂ-ਬਾਪ ਮਰ ਗਏ ਤਾਂ ਉਸਨੇ ਉਸ ਨੂੰ ਆਪਣੀ ਧੀ ਕਰਕੇ ਲੈ ਲਿਆ ਅਤੇ ਉਹਦਾ ਪਾਲਣ ਪੋਸ਼ਣ ਕੀਤਾ। ਜਦ ਬਾਦਸ਼ਾਹ ਦੀਆਂ ਰਾਣੀਆਂ ਚੁਣੀਆਂ ਜਾਣੀਆਂ ਸਨ ਤਾਂ ਅਸਤਰ ਮਲਕਾ ਉਸ ਵਿੱਚ ਗਈ। ਇਹ ਬਹੁਤ ਸੋਹਣੀ ਸੀ ਤਾਂ ਬਾਦਸ਼ਾਹ ਨੇ ਇਸ ਨੂੰ ਆਪਣੀ ਰਾਣੀ ਹੋਣ ਦਾ ਇਖਤਿਆਰ ਦਿੱਤਾ। ਇਹ ਅਬੀਗੇਲ ਦੀ ਧੀ ਸੀ ਅਸਤਰ ਮਲਕਾ।
ਫਿਰ ਜਦ ਇਹ ਸਭ ਗੱਲਾਂ ਅਸਤਰ ਮਲਕਾ ਨੂੰ ਪਤਾ ਲੱਗਦੀਆਂ ਹਨ ਤਾਂ ਉਹ ਰਾਜੇ ਦੇ ਦਰਬਾਰ ਵਿੱਚ ਜਾਂਦੀ ਹੈ। जब 3 दिनों के वक्त के बाद प्रभु को आराधना बंदगी करके प्रभु के सामने घुटने टेक के जाती है तब दिनैत विच 5 दी 3 अस्तर 5 दी दिनैत विच लिखदा तब पातशाह ने उसनु आख्या मलका अस्तर तू की चाहती है तेरा की प्रयोजन है अद्धी पातशाही दी तेनू दित्ती जावेगी। परमेश्वर ने दियां प्रार्थना नु सुनिया क्योंकि जिहड़ा बिना पुछे राजे दे दरबार विच जांदा सी उस ते मौत दा हुक्म सी उसनु मौत हुंदी सी पर अस्तर मलका वर्त रख के उस जगह ते जाती है अते आखदी है जे मैं मिट गई तां मिट गई प्रभु मेरा इंतजाम करेगा। जब वो जाती तां प्रभु ने पातशाह दे जीवन नु बदल दिता। पातशाह कहंदा तेरी की पाउणी है दस मैनू तू की चाहती है। पातशाह दी हद तक तेनू दिता जाएगा। वो काली नहीं करती उसे वेले नहीं दसदी वो आखदी है पातशाह जी अज तू ते तेरा पातशाह मान मेरे घर दे विच प्रयोजन दे लई आओ मैं अपने हत्थां दे नाल प्रयोजन नूं बनावांगी तुसीं मेरे कोल आओ। तां राजा उस नूं कहंदा ठीक है मैं आवांगा। अते जद ओह आउंदे हन दोनों जने आउंदे हन तां फिर राजा पुछदा तेरी की पाउणी है। फिर ओह दूसरी बार फिर कहंदी है कि तुसीं मेरे कोलों आओ अते मेरे नाल भोजन छको जिहड़ा भोजन मैं बनावांगी जिहड़ा भोजन मैं बनावांगी तुसीं अते हमान राजा मेरे कोल आओ अते मैं तुहानूं फिर सब कुछ दसांगी। जब दूसरे दिन ओह आउंदे हन तां ओह दसदी है अस्तर मलका सारी गल दसदी है। ਅਸੀਂ ਪੜਾਂਗੇ अस्तर 7 बाब उस दिन 5 आयत को ਅਸੀਂ पढ़ांगे। तद अहेश्वरस बादशाह ने उत्तर दे के अस्तर मलका ਨੂੰ ਆਖਿਆ ਉਹ ਕੌਣ ਹੈ ਤੇ ਉਹ ਕਿੱਥੇ ਹੈ ਜਿਹਨੇ ਆਪਣੇ ਮਨ ਵਿੱਚ ਅਜਿਹਾ ਕਰਨ ਲਈ ਕੀਤਾ ਹੈ। अस्तर ने आख्या विरोधी ਅਤੇ ਵੈਰੀ ਦੁਸ਼ਟ ਹਮਾਨ ਹੈ ਤਦ ਹਮਾਨ ਬਾਦਸ਼ਾਹ ਤੇ ਮਲਕਾ ਦੇ ਸਾਹਮਣੇ ਪੈ ਖਾ ਗਿਆ। ਹਾਂ ਇਸ ਜਗ੍ਹਾ ਤੇ ਉਹ ਮਾਨ ਰਾਜੇ ਦੇ ਬਾਰੇ ਦੱਸਦੀ ਹੈ ਜਦ ਉਹ ਰਾਜੇ ਦੇ ਨਾਲ ਗੱਲਬਾਤ ਕਰਦੀ ਹੈ। जब ਅਸੀਂ ਇਸ 7 ਤੋਂ 3 ਐਤ ਨੂੰ ਪੜ੍ਹਦੇ ਹਾਂ अस्तर ਮਲਕਾ ਨੇ ਉੱਤਰ ਦੇ ਕੇ ਆਖਿਆ ਇਹ ਪਾਤਸ਼ਾਹ ਜੇ ਮੈਂ ਤੇਰੀ ਨਿਗਾਹ ਵਿੱਚ ਤਰਸਦੀ ਪਾਕੀ ਹਾਂ ਅਤੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੇਰੀ ਅਰਜ਼ ਉੱਤੇ ਮੇਰੀ ਜਾਨ ਬਖਸ਼ੀ ਜਾਵੇ ਅਤੇ ਮੇਰੀ ਪੌਣੀ ਉੱਤੇ ਮੇਰੇ ਲੋਕ ਮੈਨੂੰ ਦਿੱਤੇ ਜਾਣ। ਉਹ ਪ੍ਰਭੂ ਦੇ ਲੋਕਾਂ ਨੂੰ ਮੰਗਦੀ ਹੈ ਅਤੇ ਆਖਦੀ ਹੈ ਕਿਉਂਕਿ ਮੈਂ ਤੇ ਮੇਰੇ ਲੋਕ ਨਾਸ਼ ਹੋਣ ਦੀ ਵੱਡੇ ਜਾਂਦੀ ਤੇ ਮਿਟਾਏ ਜਾਣ ਦੀ ਵੇਚ ਦਿੱਤੇ ਗਏ ਹਾਂ। ਜੇ ਅਸੀਂ ਗੋਲੀਆਂ ਵਾਂਗੂ ਵੇਚੇ ਜਾਂਦੇ ਤਾਂ ਮੈਂ ਚੁੱਪ ਰਹਿੰਦੀ ਪਰ ਸਾਡਾ ਕਸ਼ਟ ਪਾਤਸ਼ਾਹ ਦੇ ਘਾਟੇ ਦੇ ਤੋਲ ਨਹੀਂ ਹੁੰਦਾ। जब वो सारी गलबात करती है सारा कुछ दसदी है तो फिर पातशाह उसनूं कहंदा वो कौन है जिसने ये सब कुछ सोचा। तो फिर शहर दे विच दादी है तेरे नाल जो रहिंदा है जिसनूं तू दूसरे दर्जे ते मुकर्रर कीता है पातशाह मान वो ये सब कुछ कर रहा है। तो पातशाह उस उत्ते क्रोधवान होया। प्रभु ने पातशाह दे जीवन नूं बदल दिता अते हमान जब मारदकाई ਨੂੰ ਮਰਵਾਉਣਾ ਚਾਹੁੰਦਾ ਸੀ ਉਸਨੇ ਇੱਕ 50 ਹੱਥ ਲੰਬੀ ਸੂਲੀ ਬਣਵਾਈ ਸੀ। 50 ਹੱਥ ਲੰਬੀ ਸੂਲੀ ਤੇ ਉਸ ਨੂੰ ਚੜਾਉਣਾ ਚਾਹੁੰਦਾ ਸੀ ਪਰ ਪ੍ਰਭੂ ਕਹਿੰਦਾ ਜਿਹੜਾ ਤੁਹਾਡੇ ਲਈ ਟੋਇਆ ਪੁੱਟਦਾ ਹੈ ਉਹ ਆਪ ਉਸੇ ਟੋਏ ਵਿੱਚ ਸੁੱਟਿਆ ਜਾਵੇਗਾ। ਹਮਾਨ ਰਾਜੇ ਨੇ ਸੋਚਿਆ ਸੀ ਕਿ ਮੈਂ ਮਾਰਦਕਾਈ ਨੂੰ ਮਰਵਾ ਦੇਵਾਂਗਾ ਪਰ ਨਹੀਂ ਪ੍ਰਭੂ ਨੇ ਉਸ ਜਗ੍ਹਾ ਤੇ ਇੱਕ ਵੱਡੇ ਕੰਮ ਨੂੰ ਕੀਤਾ। ਜਦ ਇਹ ਸਾਰੀਆਂ ਗੱਲਾਂ अस्तर मलका ਦੱਸਦੀ ਹੈ ਤਾਂ ਪਾਤਸ਼ਾਹ ਕਹਿੰਦਾ ਇਸ ਨੂੰ 50 ਹੱਥ ਲੰਬੀ ਸੂਲੀ ਤੇ ਸੁੱਟ ਦਿੱਤਾ ਜਾਵੇ। ਜਦ ਇਹਦੀ 7 ਦੀ 10 ਆਇਤ ਨੂੰ ਅਸੀਂ ਪੜ੍ਹਦੇ ਹਾਂ ਤਦ ਉਹਨਾਂ ਨੇ ਹਮਾਨ ਨੂੰ ਉਸ ਸੂਲੀ ਤੇ ਜਿਹੜੀ ਉਸਨੇ ਮਾਰਦਕਾਈ ਬਣਵਾਈ ਸੀ ਟੰਗ ਦਿੱਤਾ ਤਾਂ ਬਾਦਸ਼ਾਹ ਦਾ ਕ੍ਰੋਧ ਸ਼ਾਂਤ ਹੋ ਗਿਆ। ਹਾਂ ਜਦ ਇਸ ਵਿੱਚੋਂ ਪੜਿਆ ਉਹ ਸੂਲੀ ਜਿਹੜੀ 50 ਹੱਥ ਬਣਾਈ ਸੀ ਮਾਰਦਕਾਈ ਦੇ ਲਈ ਪਾਤਸ਼ਾਹ ਨੇ ਹਮਾਨ ਰਾਜਾ ਨੂੰ ਉਸ ਜਗ੍ਹਾ ਉੱਤੇ ਟੰਗ ਦਿੱਤਾ ਅਤੇ ਪ੍ਰਭੂ ਨੇ ਇਸ ਜਗ੍ਹਾ ਤੇ अस्तर ਅਤੇ ਸਾਰੇ ਯਹੂਦੀਆਂ ਲੋਕਾਂ ਨੂੰ ਬਚਾ ਲਿਆ ਕਿਉਂਕਿ ਉਹ ਆਖਦਾ ਮੈਂ ਤੁਹਾਡਾ ਛੁਟਕਾਰਾ ਦੇਣ ਵਾਲਾ ਪ੍ਰਭੂ ਹਾਂ। ਹਾਲੇਲੂਇਆ। ਪ੍ਰਭੂ ਆਪਣੇ ਲੋਕਾਂ ਦਾ ਛੁਟਕਾਰਾ ਐਵੇਂ ਕਰਦਾ ਹੈ। ਜਦ ਅਸੀਂ ਵੇਖਦੇ ਹਾਂ ਕਿ अस्तर 9 ਬਾਬ ਉਸ ਦੀ 12 ਦੇ ਵਿੱਚ ਲਿਖਿਆ ਉਸ ਦੇ ਨਾਲ ਨਾਲ ਹਮਾਨ ਦੇ ਨਾਲ ਨਾਲ ਉਸ ਦੇ 10 ਪੁੱਤਰ ਵੀ ਵੱਢੇ ਗਏ ਉਸ ਦਾ ਸਾਰਾ ਨੁਕਸਾਨ ਹੋ ਗਿਆ ਅਤੇ ਜਿਹੜਾ ਹਮਾਨ ਦਾ ਘਰ ਸੀ अस्तर ਅਤੇ ਮਾਰਦਕਾਈ ਨੂੰ ਉਸ ਉੱਤੇ ਮੁਕਰਰ ਕੀਤਾ ਗਿਆ। ਪ੍ਰਭੂ ਨੇ ਉਸ ਜਗ੍ਹਾ ਤੇ ਬਰਕਤ ਦਿੱਤੀ। वचन विचों वेखदे हां कि जिहड़ा तुहाडे लई टोया पुੱਟਦਾ ਹੈ ਆਪ ਉਸ ਟੋਏ ਤੇ ਡਿੱਗੇਗਾ। इस जगह ते हमान ने मारदकाई ਨੂੰ ਮਰਵਾਉਣਾ ਚਾਹਿਆ ਮਾਰਦਕਾਈ ਨੂੰ ਮਰਵਾਉਣਾ ਚਾਹਿਆ ਪਰ ਪਰਮੇਸ਼ਰ ਨੇ ਉਸ ਜਗ੍ਹਾ ਤੇ ਪਾਤਸ਼ਾਹ ਦੇ ਜੀਵਨ ਨੂੰ ਬਦਲ ਦਿੱਤਾ।
परमेश्वर का वचन रोमियो दे विच आखदा है मेरे कोल कोई न्याय नहीं, मैं किसी दा कोई न्याय नहीं करदा। प्रभु सच्चा न्याय करने वाला परमेश्वर है मेरे भाइयों ते बहनों। प्रभु एक सच्चे न्याय नूं करदा है। ਅਸੀਂ ਅੱਜ ਫੇਰ ਤਿੰਨ ਗੱਲਾਂ ਨੂੰ ਸਿੱਖਿਆ, ਤਿੰਨ ਗੱਲਾਂ ਦੇ ਬਾਰੇ। ਅਸਤਰ ਨੇ ਵੀ ਵਰਤ ਰੱਖਿਆ 3 ਦਿਨਾਂ ਦਾ, ਦਾਨੀਏਲ ਨੇ 3 ਹਫ਼ਤਿਆਂ ਦਾ ਵਰਤ ਰੱਖਿਆ। ਇਸ ਜਗ੍ਹਾ ਤੇ ਅਸੀਂ ਨਾਲ ਦੇ ਨਾਲ ਇਹ ਵੀ ਸਿੱਖਿਆ ਕਿ ਵਰਤ ਰੱਖਣ ਦਾ ਮਹੱਤਵ ਵੀ ਕੀ ਹੈ। ਵਰਤ ਰੱਖਣਾ ਵੀ ਜ਼ਰੂਰੀ ਹੈ। ਵਰਤ ਰੱਖਣ ਦਾ ਮਹੱਤਵ ਅਤੇ ਵਰਤ ਰੱਖਣ ਦਾ ਸਮੇਂ ਵੀ ਹੈ। ਅਸੀਂ ਐਵੇਂ ਨਹੀਂ ਵਰਤ ਰੱਖਣਾ ਜਦ ਅਸੀਂ ਰੋਟੀ ਨਹੀਂ ਖਾਧੀ ਤੇ ਕਹਿਣਾ ਅਸੀਂ ਵਰਤ ਦੇ ਵਿੱਚ ਹਾਂ, ਐਵੇਂ ਨਹੀਂ। प्रभु की आत्मा की अगवाई हेठ नाल वर्त रखना। जब यीशु मसीह ने 40 दिनों का वर्त रखा, यीशु मसीह की उदाहरण ही लेने जब उसने 40 दिनों का वर्त रखा, जब असं मत्ती 4 की शुरुआत पढ़ते हैं तब लिखा उस जगह से लिखता तब यीशु आत्मा की अगवाई नाल उजाड़ विच गया, अपनी मर्जी नाल नहीं, अपनी मर्जी के नाल उसने वर्त नहीं रखा। इसलिए सानू भी चाहिए जब प्रभु सानू वर्त की लीला कहन भी आखदा है तां तादी इस वर्त नूं रखना है, क्योंकि कहंदा तुसीं वर्त मैनूं हूरे मार दे लई नहीं रखना। वर्त दा होर की महत्व है ਅਸੀਂ पढ़ांगे। जोएल नबी दी किताब, जोएल नबी दी किताब, छोटे नबी दी किताबां विच जोएल नबी दी किताब 2 बाब उस दा 12 आयत ਅਸੀਂ पढ़ांगे। पर हुण भी यहोवा दा वाक है, पर हुण भी यहोवा दा वाक है, अपने सारे दिल नाल मेरी वल मुड़ो, अपने सारे दिल नाल मेरी वल मुड़ो, वर्त नाल। इस जगह ते फिर वर्त दी गल कर रहा है। इस जगह ते कहंदा प्रभु यहोवा दा वाक है, अपने सारे दिल नाल मेरी वल मुड़ो। वर्त ਅਸੀਂ क्यों रखदे हां? जब ਸਾਡੇ ਵਿੱਚ ਕੋਈ ਕਮੀਆਂ ਘਟੀਆਂ ਆ ਜਾਂਦੀਆਂ ਨੇ, परमेश्वर ਨਾਲ ਸਾਡਾ ਰਿਸ਼ਤਾ ਥੋੜਾ ਜਿਹਾ ਡਗਮਗਾਉਂਦਾ ਹੈ, ਟੁੱਟਣਾ ਸ਼ੁਰੂ ਹੁੰਦਾ ਹੈ, ਤਾਂ ਫਿਰ ਸਾਨੂੰ ਵਰਤ ਦੀ ਜ਼ਰੂਰਤ ਹੈ। ਇਸ ਲਈ ਕਹਿੰਦਾ ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜੋ। ਵਰਤ ਨਾਲ, ਰੋ ਨਾਲ ਤੇ ਛਾਤੀ ਪਿੱਟਣ ਨਾਲ, ਰੋ ਰੋ ਕੇ ਅਸੀਂ ਪਰਮੇਸ਼ਰ ਦੇ ਅੱਗੇ ਦੁਆ ਕਰਨੀ ਹੈ ਕਿ ਪ੍ਰਭੂ ਜੋ ਸਾਡੇ ਵਿੱਚ ਕਮੀਆਂ ਘਟੀਆਂ ਆਈਆਂ ਉਹ ਸਾਨੂੰ ਦੂਰ ਕਰ। ਜੇ ਅਸੀਂ ਪਰਮੇਸ਼ਰ ਵੱਲ ਮੁੜਨਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਵਰਤ ਦੀ ਜ਼ਰੂਰਤ ਹੈ। ਵਰਤ ਰੱਖਣ ਦਾ ਵੀ ਕੋਈ ਕਾਰਨ ਹੈ। ਵਰਤ ਐਵੇਂ ਕਿਵੇਂ ਕੋਈ ਚੀਜ਼ ਨਹੀਂ ਹੈ। ਰੋਜ਼ਾ ਫਾਸਟ ਐਵੇਂ ਕਿਵੇਂ ਕੋਈ ਚੀਜ਼ ਨਹੀਂ ਹੈ। दानियल नबी ने भी वर्त किसी मकसद लिए रखा। अस्तर ने यहूदियों को बचाने लिए वर्त रखा। ਅਸੀਂ परमेश्वर के नेड़े आने के लिए वर्त रखते हैं। और भी ਅਸੀਂ पढ़ांगे होशिया 6 बाब उसकी 12 आयत ਅਸੀਂ वचन के विच पढ़ांगे। 12 ਦੀ 6 होशिया 12 ਦੀ 6 तुम अपने परमेश्वर वाल मुड़, दया ते न्याय की पालना कर ਅਤੇ सदा अपने परमेश्वर की उਡੀਕ कर। जोएल दे विच ਅਸੀਂ पढ़िया कि ਅਸੀਂ परमेश्वर वाल मुड़ना। परमेश्वर वाल मुड़ना भी ਅਸੀਂ किवें है? तू इस जगह विच ਅਸੀਂ पढ़दे हां तू अपने परमेश्वर वाल मुड़, दया ते न्याय दी पालना कर। कोई गलत काम नहीं करना, फिर ਅਸੀਂ परमेश्वर वाल मुड़ सकते हां ਅਤੇ सदा परमेश्वर की उਡੀक ਨੂੰ ਰੱਖਣਾ। ਸਾਨੂੰ ਹਮੇਸ਼ਾ परमेश्वर की उਡੀक ਦੇ ਵਿੱਚ ਲੱਗੇ ਰਹਿਣਾ ਚਾਹੀਦਾ ਹੈ। परमेश्वर ਦਾ ਡਰ ਹਮੇਸ਼ਾ ਸਾਡੀ ਜ਼ਿੰਦਗੀ ਦੇ ਵਿੱਚ ਬਣਿਆ ਰਹਿਣਾ ਚਾਹੀਦਾ ਹੈ। ਇਹ ਸੀ ਰੋਜ਼ੇ ਦਾ ਮਹੱਤਵ। ਸਾਡਾ ਪੁਆਇੰਟ ਪਿਛੇ ਵੀ ਇਹ ਸੀ 3 ਗੱਲਾਂ ਦੀ ਮਹੱਤਤਾ। ਅਸੀਂ 3 ਚੀਜ਼ਾਂ ਬਾਰੇ ਫੇਰ ਅੱਜ ਵੇਖਿਆ। ਦਾਨੀਏਲ ਨੇ 3 ਹਫ਼ਤਿਆਂ ਦਾ ਰੋਜ਼ੇ ਨੂੰ ਰੱਖਿਆ, ਅਸਤਰ ਨੇ 3 ਦਿਨਾਂ ਦੇ ਰੋਜ਼ੇ ਨੂੰ ਰੱਖਿਆ। ਅਸੀਂ 3 ਗੱਲਾਂ ਦੇ ਉੱਤੇ ਫੇਰ ਇਸ ਨੂੰ ਖਤਮ ਕਰਦੇ ਹਾਂ। ਅੱਜ ਅਸੀਂ ਵੀ ਵੇਖਣਾ ਕਿਤੇ ਅਸੀਂ ਪਰਮੇਸ਼ਰ ਨੂੰ ਬੁਰੇ ਮਾਰਨ ਦੇ ਲਈ ਰੋਜ਼ਾ ਨਹੀਂ ਰੱਖ ਰਹੇ, ਕਿਤੇ ਪਰਮੇਸ਼ਰ ਨੂੰ ਤਾਨੇ ਮੇਨੇ ਦੇਣ ਦੇ ਲਈ ਰੋਜ਼ਾ ਤਾਂ ਨਹੀਂ ਰੱਖ ਰਹੇ। ਜੇ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਤਾਂ वचन इसकी अनुमति नहीं दिंदा, वचन इसकी अगवाई नहीं दिंदा। सानू परमेश्वर की मर्जी के अनुसार काम करना चाहिए है। परमेश्वर की मर्जी के अनुसार काम करना चाहिए है। ਅਸੀਂ थोड़ा चेर इस वचन उत्ते मनन करिए ਅਤੇ अपनी ਅੱਖਾਂ ਨੂੰ ਬੰਦ करिए ਅਤੇ प्रभु ਦੇ ਕੋਲੋਂ ਪੁੱਛੀਏ कि प्रभु जी ਕਿਤੇ ਅੱਜ ਮੈਂ ਵੀ ਤੇ ਐਵੇਂ ਵਰਤ ਨੂੰ ਨਹੀਂ ਰੱਖ ਰਿਹਾ, ਕਿਤੇ ਮੈਂ ਤੁਹਾਨੂੰ ਬੁਰੇ ਮਾਰਨ ਦੇ ਲਈ, ਕਿਤੇ ਤੁਹਾਨੂੰ ਠੋਕਰ ਦਾ ਕਾਰਨ ਬਣਾਉਣ ਦੇ ਲਈ ਵਰਤ ਨਹੀਂ ਰੱਖ ਰਿਹਾ। ਸਾਡੇ ਵਰਤ ਦਾ ਕਾਰਨ ਪ੍ਰਭੂ ਜੀ ਸਾਨੂੰ ਦੱਸੋ, ਸਾਡੇ ਰੋਜ਼ੇ ਦਾ ਕਾਰਨ ਸਾਨੂੰ ਦੱਸੋ। ਪ੍ਰਭੂ ਜੀ ਤੁਸੀਂ ਸਭ ਕੁਝ ਦੱਸ ਸਕਦੇ ਹੋ। ਪ੍ਰਭੂ ਜੀ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇਹਨਾਂ ਵਚਨਾਂ ਦੇ ਲਈ ਜੋ ਪਰਮੇਸ਼ਰ ਤੁਸੀਂ ਮੇਰੇ ਨਾਲ ਗੱਲਬਾਤ ਨੂੰ ਕੀਤਾ ਪ੍ਰਭੂ ਜੀ।
ਜੋ ਪਰਮੇਸ਼ਰ ਮੈਂ ਤੁਹਾਡੇ ਲੋਕਾਂ ਨੂੰ ਇਹ ਵਚਨ ਸੁਣਾ ਸਕਾਂ ਪਰਮੇਸ਼ਰ ਤੁਸੀਂ ਮੇਰੇ ਮੂੰਹ ਤੇ ਆਪਣੇ ਰਾਖੀ ਨੂੰ ਬਿਠਾਇਆ ਪ੍ਰਭੂ ਜੀ। ਜਿੰਨੇ ਵੀ ਲੋਕ ਮੈਨੂੰ ਲਾਈਵ ਸੁਣ ਰਹੇ ਹਨ ਪਰਮੇਸ਼ਰ ਜਾਂ ਹੁਣ ਸੁਣਨਗੇ ਜਾਂ ਬਾਅਦ ਵਿੱਚ ਸੁਣਨਗੇ ਪ੍ਰਭੂ ਜੀ ਤੁਸੀਂ ਉਹਨਾਂ ਸਭਨਾਂ ਦੇ ਉੱਤੇ ਤੁਹਾਡੀ ਕਿਰਪਾ ਬਣੀ ਰਹੇ ਪਰਮੇਸ਼ਰ। ਤੁਹਾਡੀ ਕਿਰਪਾ ਦੀ ਦ੍ਰਿਸ਼ਟੀ ਉਹਨਾਂ ਦੇ ਉੱਤੇ ਬਣੀ ਰਹੇ ਪਰਮੇਸ਼ਰ। ਤੁਸੀਂ ਆਪਣੇ ਲੋਕਾਂ ਨੂੰ ਕਦੀ ਛੱਡਦੇ ਨਹੀਂ। ਤੁਹਾਡਾ ਵਚਨ ਕਹਿੰਦਾ ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਵੇਲੇ ਸਿਰ ਤੁਹਾਨੂੰ ਬਰਕਤ ਦਵਾਂਗਾ। ਤੁਸੀਂ ਜਿੱਥੇ ਵੀ ਜਾਓਗੇ ਮੈਂ ਤੁਹਾਡਾ ਬੋਲਬਾਲਾ ਕਰਾਂਗਾ ਪ੍ਰਭੂ ਜੀ। ਪ੍ਰਭੂ ਜੀ ਅੱਜ ਰਾਤ ਜਦ ਲੋਕ ਸੌਣ ਪ੍ਰਭੂ ਜੀ ਤੁਸੀਂ ਸਭਨਾਂ ਨੂੰ ਬਹੁਤ ਵੱਡੀ ਬਰਕਤ ਦੇਣਾ ਪਰਮੇਸ਼ਰ। ਜਿੰਨੇ ਵੀ ਕਲੀਸਿਆ ਸੌਵੇਂ ਪਰਮੇਸ਼ਰ ਕੱਲ ਤੁਹਾਡੀ ਮਰਜ਼ੀ ਦੇ ਦੁਆਰਾ ਪ੍ਰਕਾਸ਼ ਨੂੰ ਵੇਖਣੇ ਪਾਏ ਤੁਹਾਡਾ ਧੰਨਵਾਦ ਕਰਦੇ ਹਾਂ। ਗਰਮੀ ਦੇ ਨਾਲ ਆਪਣੇ ਲੋਕਾਂ ਨੂੰ ਸੰਭਾਲ ਕੇ ਰੱਖਣਾ ਤੁਹਾਡੇ ਨਾਮ ਦਾ ਧੰਨਵਾਦ ਕਰਦੇ ਹਾਂ। ਤੁਹਾਡੇ ਲੋਕ ਦਿਨ ਭਰ ਜਿੱਥੇ ਵੀ ਜਾਣ ਕੰਮਕਾਰ ਵਿੱਚ ਆਉਣ ਵਿੱਚ ਤੁਹਾਡੇ ਨਾਮ ਨੂੰ ਮਹਿਮਾ ਤੇ ਉਪਾਸਨਾ ਮਿਲਣੇ ਪਾਏ। ਤੁਹਾਡੇ ਸੰਤਾਂ ਸੇਵਕਾਂ ਦੀ ਤੁਹਾਡੀ ਕਿਰਪਾ ਬਣੀ ਰਹੇ ਪ੍ਰਭੂ ਜੀ। ਤੁਹਾਡੇ ਨਾਮ ਦਾ ਧੰਨਵਾਦ ਕਰਦੇ ਹਾਂ। ਬਕਾਏ ਸਾਰੇ ਸਮੇਂ ਦੇ ਹੱਥਾਂ ਵਿੱਚ ਸੌਂਪ ਦਿੰਦੇ। ਅੱਜ ਦੀ ਮੇਰੀ ਛੋਟੀ ਜਿਹੀ ਬੇਨਤੀ ਪ੍ਰਾਰਥਨਾ ਸੁਣੋ ਕਬੂਲ ਕਰੋ ਮੰਗਦੇ ਪ੍ਰਭੂ ਯਿਸੂ ਮਸੀਹ ਦੇ ਜਿੰਦਾ ਰਾਜ ਦੇ ਨਾਮ ਵਿੱਚ ਆਮੀਨ। ਅਸੀਂ ਅੱਜ ਫੇਰ 3 ਗੱਲਾਂ ਨੂੰ ਸਿੱਖਿਆ ਅਤੇ ਕੱਲ ਮੈਂ ਫੇਰ ਇਸ ਪਾਠ ਨੂੰ ਅੱਗੇ ਲੈ ਜਾਂਦਾ ਹੈ। ਪਾਠ 4 3 ਗੱਲਾਂ ਦੀ ਮਹੱਤਤਾ ਨੂੰ ਵਚਨ ਵਿੱਚੋਂ ਅਸੀਂ ਵੇਖਾਂਗੇ। ਪਰਮੇਸ਼ਰ ਆਪ ਸਭ ਨੂੰ ਬਰਕਤ ਦੇਵੇ ਆਮੀਨ। ਹਾਲੇਲੂਇਆ ਹਾਲੇਲੂਇਆ।